स्टूडेंट्स 17 अक्टूबर ਨੂੰ ਤੁਹਾਡੀ ਸੈਕੰਡ ਸ਼ੀਟ CEP ਦੇ ਤਹਿਤ ਆ ਚੁੱਕੀ ਹੈ। ਮੈਥਮੈਟਿਕਸ ਦੀ ਸੈਕੰਡ ਵਰਕਸ਼ੀਟ ਦੇ ਵਿੱਚ ਜਿਹੜੀ ਕੰਪੀਟੈਂਸੀ ਯੂਜ਼ ਹੋ ਰਹੀ ਹੈ ਉਸ ਦੇ ਵਿੱਚ ਅਸੀਂ ਪਰਸੈਂਟੇਜ ਦੇ ਆਈਡੀਆ ਬਾਰੇ ਸਿੱਖਾਂਗੇ, ਯਾਨੀ ਕਿ प्रतिशत बेटा अपनी डेली लाइफ ਦੇ ਵਿੱਚ बहुत ज़्यादा इस्तेमाल ਹੁੰਦਾ है और आम जिंदगी तो जुड़े हुए क्वेश्चंस ਤੁਸੀਂ ਇਸ ਵਰਕਸ਼ੀਟ ਦੇ ਵਿੱਚ ਕਰੋਗੇ। ਤਾਂ ਸ਼ੁਰੂ ਕਰਦੇ ਹਾਂ। ਪ੍ਰਤੀਸ਼ਤਾਂ ਦੇ ਮੁੱਢਲੇ ਸੰਕਲਪ ਜਿਹੜੇ ਬੇਸਿਕ ਪ੍ਰਿੰਸੀਪਲਸ ਹੈਗੇ ਉਹ 1 ਤੋਂ 10 ਸਵਾਲਾਂ ਦੇ ਵਿੱਚ ਹੈਗੇ ਨੇ। ਤਾਂ ਨਾਲ ਮੈਂ ਬੇਟਾ ਇੰਗਲਿਸ਼ ਮੀਡੀਅਮ ਦੇ ਵਿੱਚ ਵੀ ਕਵਰ ਕਰਦੀ ਰਹਾਂਗੀ। ਫਸਟ ਕੁਐਸਚਨ ਹੈ 45% ਦਾ ਭਿੰਨ ਰੂਪ ਕਿਹੜਾ ਹੈ, ਯਾਨੀ ਕਿ 45% ਨੂੰ ਤੁਸੀਂ ਫ੍ਰੈਕਸ਼ਨ ਦੇ ਵਿੱਚ ਕਿਸ ਤਰੀਕੇ ਨਾਲ ਲਿਖੋਗੇ। ਤਾਂ ਜਦੋਂ ਵੀ ਤੁਹਾਨੂੰ ਬੇਟਾ ਪਰਸੈਂਟੇਜ ਦਾ ਨਿਸ਼ਾਨ ਨਜ਼ਰ ਆਉਂਦਾ ਹੈ ਤਾਂ ਜੇ ਤੁਸੀਂ ਇਹਨੂੰ ਹਟਾਉਣਾ ਹੈ ਤਾਂ ਤੁਸੀਂ ਇਹਦੀ ਥਾਂ ਤੇ ਥੱਲੇ ਯਾਨੀ ਕਿ ਡਿਨੋਮੀਨੇਟਰ ਦੇ ਵਿੱਚ 100 ਲਗਾਉਣਾ ਹੈ। ਸੋ ਬੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। 3/4 ਨੂੰ ਪ੍ਰਤੀਸ਼ਤ ਵਿੱਚ ਬਦਲੋ। ਹੁਣ ਆਪਾਂ ਪ੍ਰਤੀਸ਼ਤ ਲਗਾਉਣਾ ਚਾਹੁੰਦੇ ਹਾਂ ਤਾਂ ਆਪਾਂ 3/4 ਦੇ ਨਾਲ ਮਲਟੀਪਲਾਈ ਕਰਾਂਗੇ 100 ਨੂੰ, ਕੈਂਸਲੇਸ਼ਨ ਕਰ ਦਾਂਗੇ ਤਾਂ ਆਨਸਰ ਆ ਜਾਏਗਾ ਆਪਣੇ ਕੋਲ 75%। ਤਾਂ ਆਪਾਂ ਕੀ ਸਿੱਖਿਆ, ਜੇ ਪ੍ਰਤੀਸ਼ਤ ਨੂੰ ਹਟਾਉਣਾ ਹੈ ਤਾਂ ਆਪਾਂ ਨੂੰ 100 ਨਾਲ ਡਿਵਾਈਡ ਕਰਨਾ ਚਾਹੀਦਾ ਹੈ ਔਰ ਪ੍ਰਤੀਸ਼ਤ ਜੇ ਲਗਾਉਣਾ ਹੈ ਤਾਂ 100 ਨਾਲ ਆਪਾਂ ਮਲਟੀਪਲਾਈ ਕਰਾਂਗੇ। 150 ਦਾ 20% ਕਿੰਨਾ ਹੋਵੇਗਾ, ਤਾਂ 20 ਜਿਹੜਾ ਦਾ ਹੈ ਉਹਨੂੰ ਕਿਹਦੇ ਵਿੱਚ ਬਦਲਾਂਗੇ ਆਪਾਂ, ਮਲਟੀਪਲੀਕੇਸ਼ਨ। ਤਾਂ 150 ਮਲਟੀਪਲਾਈਡ ਬਾय ਪ੍ਰਤੀਸ਼ਤ ਨੂੰ ਆਪਾਂ ਹਟਾਉਣਾ ਚਾਹੁੰਦੇ ਹਾਂ ਨਾ ਨਿਸ਼ਾਨ ਨੂੰ, ਤਾਂ ਨੀਚੇ 100 ਲਗਾਵਾਂਗੇ। ਠੀਕ ਹੈ, ਇੱਥੇ ਕੈਂਸਲੇਸ਼ਨ ਹੋ ਜਾਏਗੀ ਆਪਣੀ। ਤਾਂ ਇਹਦਾ ਆਨਸਰ ਕਿੰਨਾ ਆ ਜਾਏਗਾ 15 2 30। क्वेश्चन नंबर 4, जेकर किसी संख्या का 60% 48 है तो संख्या पता करो। किसी संख्या का 60% आप मान लेंगे x का 60% x मल्टीप्लाइड बाय 60 प्रतिशत की थां ते आपां की करांगे नीचे 100 लगा देंगे। किहदे बराबर है, 48 दे बराबर है। बस तुसीं इहनूं सॉल्व कर लेना। हुण इत्थों कैंसलेशन कर लो, x किहदे बराबर हो जाएगा 48 मल्टीप्लाइड बाय 10 अपॉन 6। ਤਾਂ 6 8 ਦਾ 48, 8 10 ਦਾ 80 ਪਰ ਜੋ ਸੰਖਿਆ ਸੀਗੀ। ਅਗੇਨ ਕੁਐਸਚਨ ਆ ਗਿਆ ਆਪਣੇ ਕੋਲ 0.75 ਨੂੰ ਪ੍ਰਤੀਸ਼ਤਾਂ ਵਿੱਚ ਬਦਲੋ, ਪ੍ਰਤੀਸ਼ਤ ਵਿੱਚ ਦਰਸਾਓ। ਹੁਣ ਪ੍ਰਤੀਸ਼ਤ ਵਿੱਚ ਦਰਸਾਉਣਾ ਹੈ ਨਾ, ਪ੍ਰਤੀਸ਼ਤ ਆਪਾਂ ਲਗਾਉਣਾ ਚਾਹੁੰਦੇ ਹਾਂ ਤਾਂ ਆਪਾਂ ਕੀ ਕਰਾਂਗੇ, ਇਹਨੂੰ 100 ਦੇ ਨਾਲ ਮਲਟੀਪਲਾਈ ਕਰ ਦਾਂਗੇ ਤਾਂ ਪੁਆਇੰਟ ਜਿਹੜਾ ਹੈ ਉਹ ਖਤਮ ਹੋ ਜਾਏਗਾ ਕਿਉਂਕਿ ਇੱਥੇ 2 ਜ਼ੀਰੋਜ਼ ਨੇ। ਤਾਂ ਪੁਆਇੰਟ ਤੋਂ ਬਾਅਦ ਜਿਹੜੇ 2 ਨੰਬਰ ਨੇ ਇਹ ਇਸ ਪਾਸੇ ਚਲੇ ਜਾਣਗੇ। ਤਾਂ ਆਨਸਰ ਕਿੰਨਾ ਆ ਜਾਏਗਾ ਆਪਣੇ ਕੋਲ, ਓਨਲੀ 75%। ਨੈਕਸਟ ਕੁਐਸਚਨ ਹੈਗਾ 50 ਵਿਦਿਆਰਥੀਆਂ ਦੀ ਕਲਾਸ ਦੇ ਵਿੱਚ 30% ਗੈਰ ਹਾਜ਼ਰ ਹਨ। ਇਨ ਅ ਕਲਾਸ ਆਫ 50 ਸਟੂਡੈਂਟਸ 30% ਆਰ ਐਬਸੈਂਟ। ਠੀਕ ਹੈ, ਓਕੇ। ਹੁਣ ਪਰਸੈਂਟੇਜ ਦੇ ਰੱਖੀ ਐਬਸੈਂਟ ਦੀ, ਕਿੰਨੇ ਵਿਦਿਆਰਥੀ ਹਾਜ਼ਰ ਹਨ, ਹਾਊ ਮੈਨੀ ਸਟੂਡੈਂਟਸ ਆਰ ਪ੍ਰੈਜ਼ੈਂਟ। ਔਰ ਪ੍ਰੈਜ਼ੈਂਟ ਸਟੂਡੈਂਟਸ ਦੀ ਗਿਣਤੀ ਪੁੱਛੀ ਹੋਈ ਹੈ, ਪਰਸੈਂਟੇਜ ਨਹੀਂ ਪੁੱਛੀ ਹੋਈ ਹੈਗੀ। ਠੀਕ ਹੈ, ਤਾਂ ਪਹਿਲੀ ਗੱਲ ਤਾਂ ਅਗਰ 30% ਸਟੂਡੈਂਟਸ ਐਬਸੈਂਟ ਨੇ ਤਾਂ ਪ੍ਰੈਜ਼ੈਂਟ ਪਰਸੈਂਟੇਜ ਕਿੰਨੀ ਹੋਏਗੀ ਆਪਣੇ ਕੋਲ 70%। ਤਾਂ ਆਪਾਂ 50 ਦਾ 70% ਪਤਾ ਕਰ ਲਾਂਗੇ ਤਾਂ ਆਪਣੇ ਕੋਲ ਨੰਬਰ ਆਫ ਸਟੂਡੈਂਟਸ ਜਿੰਨੇ ਪ੍ਰੈਜ਼ੈਂਟ ਨੇ ਵਿਦਿਆਰਥੀ ਉਹ ਆ ਜਾਣਗੇ। ਠੀਕ ਹੈ, ਇਹ ਆ ਗਿਆ 5 7 ਦਾ 35 ਸਟੂਡੈਂਟਸ ਆਪਣੇ ਕੋਲ ਪ੍ਰੈਜ਼ੈਂਟ ਨੇ। ਜੇ ਇੱਥੇ ਪੁੱਛਦਾ ਬੇਟਾ ਕਿੰਨੇ ਵਿਦਿਆਰਥੀ ਗੈਰ ਹਾਜ਼ਰ ਹਨ ਤਾਂ 50 ਦਾ ਆਪਾਂ 30% ਕਰਦੇ ਫਿਰ ਆਪਣਾ 15 ਆਨਸਰ ਆਣਾ ਸੀਗਾ। ਠੀਕ ਹੈ, ਇਹ ਫਰਕ ਹੈ ਸਵਾਲਾਂ ਦੇ ਵਿੱਚ। क्वेश्चन नंबर 7 ਵੱਲ ਚੱਲਦੇ ਹਾਂ। ਅਨੁਪਾਤ 2:5 ਨੂੰ ਪ੍ਰਤੀਸ਼ਤਾਂ ਵਿੱਚ ਬਦਲੋ। ਕਨਵਰਟ ਦ ਰੇਸ਼ੋ 2:5 ਇਨਟੂ ਪਰਸੈਂਟੇਜ। ਤਾਂ ਆਪਾਂ ਕੀ ਕਰਾਂਗੇ 2/5। ਹੁਣ ਪਰਸੈਂਟੇਜ ਲਗਾਣੀ ਹੈ ਨਾ ਤਾਂ ਮਲਟੀਪਲਾਈਡ ਬਾय 100 ਕਰਾਂਗੇ। 5 2 10 0 20 ਮਲਟੀਪਲਾਈਡ ਬਾय 2 40% ਆਨਸਰ ਆ ਗਿਆ। ਸੰਖਿਆ 25 200 ਦਾ ਕਿੰਨੇ ਪ੍ਰਤੀਸ਼ਤ ਹੈਗਾ ਹੈ, ਕਿੰਨੇ ਪ੍ਰਤੀਸ਼ਤ ਹੈ। ਠੀਕ ਹੈ, 200 ਦਾ ਯਾਨੀ ਕਿ 200 ਦੇ ਵਿੱਚੋਂ ਕਿੰਨੇ ਨੰਬਰ ਆ ਗਏ ਆਪਣੇ ਕੋਲ 25, ਇਹ ਸੋਚ ਲਓ। ਠੀਕ ਹੈ, 25 ਆ ਗਏ 200 ਵਿੱਚੋਂ ਤਾਂ ਪ੍ਰਤੀਸ਼ਤ ਲਗਾਉਣਾ ਹੈ ਤਾਂ ਆਪਾਂ 100 ਨਾਲ ਮਲਟੀਪਲਾਈ ਕਰਤੇ ਆ, ਇੱਥੇ ਕੈਂਸਲੇਸ਼ਨ ਕਰਤੇ ਆ ਤਾਂ 25/2 ਯਾਨੀ ਕਿ 12.5 ਤਾਂ 12.5% ਆਪਣਾ ਆਨਸਰ ਆ ਗਿਆ। ਬੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ। ਜੇਕਰ ਇੱਕ ਕਮੀਜ਼ ਦੀ ਕੀਮਤ 400 ਹੈ ਅਤੇ ਇਹ 320 ਵਿੱਚ ਵਿਕਦੀ ਹੈ ਤਾਂ ਛੋਟ ਦੀ ਪ੍ਰਤੀਸ਼ਤ ਕੀ ਹੋਵੇਗੀ। if the cost of a shirt is 300 rupees यानी कि ये ਇਹਦਾ ਆ ਗਿਆ cost price and it is being sold in 320 rupees ਤਾਂ ਇਹ ਆ ਗਿਆ ਇਹਦਾ selling price। ਤਾਂ ਛੋਟ ਦੀ ਕੀ ਪ੍ਰਤੀਸ਼ਤ ਹੈ।
डिस्काउंट पूछा है बेटा, डिस्काउंट किन्नी डिस्काउंट है, ठीक है। ਤਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹਦੇ ਪਰ MRP 400 ਲਿਖਿਆ ਹੈ ਲੇਕਿਨ ਵੇਚੀ ਉਹਨੇ 320 ਦੀ ਹੈ। ਤਾਂ ਅਸਲ ਗੱਲ ਕੀ ਹੈ, 400 ਦੇ ਵਿੱਚੋਂ ਆਪਾਂ 320 ਨੂੰ ਮਾਈਨਸ ਕਰਾਂਗੇ ਤਾਂ 80 ਰੁਪੀਜ਼ ਦਾ ਸਾਨੂੰ ਡਿਸਕਾਊਂਟ ਮਿਲਿਆ, ਪਰ ਉਹਨੇ ਪ੍ਰਤੀਸ਼ਤ ਪੁੱਛੀ ਹੈ ਤਾਂ ਡਿਸਕਾਊਂਟ ਪਰਸੈਂਟ ਆਪਾਂ ਕੈਲਕੂਲੇਟ ਕਰਾਂਗੇ ਬੇਟੇ। ਤਾਂ ਸਾਡੇ ਕੋਲ 80 ਰੁਪਏ ਡਿਸਕਾਊਂਟ ਮਿਲਿਆ ਹੈ, ਕਿਹਦੇ ਪਰ ਮਿਲਿਆ, ਸ਼ੁਰੂਆਤੀ ਕੀਮਤ ਜਿਹੜੀ ਕਾਸਟ ਪ੍ਰਾइस ਹੈ ਉਹਦੀ ਕਿੰਨੀ ਹੈਗੀ ਹੈ 400, ठीक है, और गुणा किया आ जाएगा 100। आ कैंसिल कर लिया तो 4 2 ज़ा 8, तो सी ऑप्शन 20% इज द राइट आंसर। क्वेश्चन नंबर 10 वाल चलते हैं आप। 80 का 100 प्रति 25% कितना होगा, 125% ऑफ 80, ठीक है। तो 125 मल्टीप्लाइड बाय 80, ਹੁਣ ਪ੍ਰਤੀਸ਼ਤ ਦਾ ਨਿਸ਼ਾਨ ਤੁਸੀਂ ਹਟਾਉਣਾ ਚਾਹੁੰਦੇ ਹੋ ਤਾਂ ਨੀਚੇ ਕਿੰਨਾ ਆ ਜਾਏਗਾ ਆਪਣੇ ਕੋਲ 100 ਆ ਜਾਏਗਾ। ਇਹਨਾਂ ਆਪਾਂ ਕੈਂਸਲ ਕਰ ਲਿਆ, ਇਹਨੂੰ ਸੋਲਵ ਕਰ ਲਓ ਬੇਟਾ। 25 ਮਲਟੀਪਲਾਈਡ ਬਾਈ ਦਿਸ 5 2 ज़ा 10, 2 4 ज़ा 8, ਤਾਂ ਇਹ ਮੇਰੇ ਕੋਲ ਆਨਸਰ ਕਿੰਨਾ ਆ ਗਿਆ 100%, 100 ਆਨਸਰ ਆ ਗਿਆ, 100% ਨਹੀਂ 100 ਆਨਸਰ ਆ ਗਿਆ। ਓਕੇ, ਤਾਂ ਹੁਣ ਆਪਾਂ ਨੈਕਸਟ ਸੈਕਸ਼ਨ ਵੱਲ ਚੱਲਦੇ ਹਾਂ। ਭਾਗ ਬੀ, ਸੈਕਸ਼ਨ ਬੀ, ਪ੍ਰਤੀਸ਼ਤ ਵਿੱਚ ਵਾਧਾ ਅਤੇ ਘਾਟਾ। ਹੁਣ ਪਰਸੈਂਟੇਜ ਦੇ ਵਿੱਚ ਇਨਕਰੀਜ਼ ਐਂਡ ਡਿਕਰੀਜ਼ ਇਹਦੇ ਕੁਐਸਚਨਸ ਕਰਾਂਗੇ ਬੇਟੇ, ਤਾਂ ਸਮਝ ਕੇ ਕਰਨੇ ਨੇ ਕੁਐਸਚਨ, ਬਹੁਤ ਹੀ ਆਸਾਨ ਨੇ। ਜੇਕਰ ਇੱਕ ਕਿਤਾਬ ਦੀ ਕੀਮਤ 200 ਤੋਂ ਵੱਧ ਕੇ 240 ਹੋ ਜਾਵੇ ਤਾਂ ਵਾਧੇ ਦੀ ਪ੍ਰਤੀਸ਼ਤਤਾ ਕੀ ਹੈ। ਹੁਣ ਤੁਸੀਂ ਇਹ ਗੱਲ ਸਮਝਣੀ ਹੈ ਕਿ ਪਹਿਲਾਂ ਕਿੰਨੀ ਸੀਗੀ ਔਰ ਬਾਅਦ ਦੇ ਵਿੱਚ ਕਿੰਨੀ ਹੈ। ਹੁਣ ਉਹਦਾ ਆਪਾਂ ਡਿਫਰੈਂਸ ਪਤਾ ਕਰਾਂਗੇ, ਜੇ ਉਹ ਵੱਧ ਰਹੀ ਹੈ ਤਾਂ ਦੈਟ ਇਜ਼ ਇਨਕਰੀਜ਼, ਜੇ ਉਹ ਘਟ ਰਹੀ ਹੈ ਤਾਂ ਦੈਟ ਇਜ਼ ਦਾ ਡਿਕਰੀਜ਼, ਫਿਰ ਉਹ ਘਾਟਾ ਹੋਇਆ, ਠੀਕ ਹੈ। ਲੇਕਿਨ ਜਿਹੜੀ ਪਰਸੈਂਟੇਜ ਆਪਾਂ ਸ਼ੁਰੂਆਤੀ ਕੀਮਤ ਪਰ ਹੀ, ਸ਼ੁਰੂਆਤੀ ਰਕਮ ਪਰ ਹੀ ਪਤਾ ਕਰਦੇ ਹਾਂ। ਦ ਕਾਸਟ ਆਫ ਅ ਬੁੱਕ was 200 and it was increased to 240, then find the increase percentage, ठीक है। ਤਾਂ 240 ਤੋਂ 200 ਹੋਈ ਹੈ ਨਾ, ਤਾਂ ਤੁਹਾਡਾ ਇਨਕਰੀਜ਼ ਕਿੰਨਾ ਆ ਗਿਆ 40। ਹੁਣ ਇਨਕਰੀਜ਼ ਦਾ ਪਰਸੈਂਟੇਜ ਆਪਾਂ ਪਤਾ ਕਰਨਾ ਚਾਹੁੰਦੇ ਹਾਂ ਤਾਂ 40, ਲੇਕਿਨ ਸ਼ੁਰੂਆਤ ਦੇ ਵਿੱਚ ਕਿੰਨਾ ਸੀ 200 ਨਾਲ ਡਿਵਾਈਡ ਕੀਤਾ ਔਰ 100 ਨਾਲ ਇਹਨੂੰ ਕਰਤੇ ਮਲਟੀਪਲਾਈ, ਠੀਕ ਹੈ। ਤਾਂ ਇਹਦਾ ਆਨਸਰ ਵੀ ਕਿੰਨਾ ਆ ਗਿਆ ਆਪਣੇ ਕੋਲ 20%। ਨੈਕਸਟ ਚੱਲਦੇ ਇੱਕ ਸ਼ਹਿਰ ਦੀ ਆਬਾਦੀ 50,000 ਤੋਂ 12% ਘਟ ਜਾਂਦੀ ਹੈ, ਨਵੀਂ ਆਬਾਦੀ ਕੀ ਹੈ। ਹੁਣ ਪਹਿਲਾਂ the population of a city is 50,000 and it is decreased by 12%. Find the new population। ਤਾਂ ਆਪਾਂ ਡਿਕਰੀਜ਼ ਪਤਾ ਕਰਨਾ ਹੈ। ਫਸਟ ਆਫ ਆਲ ਆਪਾਂ ਰਕਮ ਪਤਾ ਕਰਾਂਗੇ ਕਿ ਕਿੰਨਾ ਡਿਕਰੀਜ਼ ਹੋਇਆ, ਫਿਰ ਉਹਨੂੰ ਕੀ ਕਰਾਂਗੇ ਮਾਈਨਸ। ਤਾਂ 50,000 ਦਾ ਤੁਸੀਂ ਕੀ ਪਤਾ ਕਰੋਗੇ 12%, ਠੀਕ ਹੈ। ਪਰਸੈਂਟੇਜ ਹਟਾਣੀ ਹੈ ਤਾਂ ਕੀ ਕਰਾਂਗੇ ਨੀਚੇ 100 ਲਗਾ ਦਾਂਗੇ। ਆ ਲਓ 15 12 5 ਦਾ ਕਿੰਨਾ ਆ ਜਾਂਦਾ ਬੇਟਾ 60 ਆ ਗਿਆ, ਔਰ ਨਾਲ 1 ਤੇ 2 ਆ ਗਿਆ ਮੇਰੇ ਕੋਲ ਜ਼ੀਰੋਸ। ਤਾਂ 6000 ਜਿਹੜੀ ਪੋਪੂਲੇਸ਼ਨ ਹੈ ਉਹ ਡਿਕਰੀਜ਼ ਹੋਈ ਹੈ, ਠੀਕ ਹੈ। ਅਗਰ ਡਿਕਰੀਜ਼ ਹੋਈ ਹੈ ਤਾਂ ਆਪਾਂ ਕੀ ਕਰਾਂਗੇ ਇਹਨੂੰ ਮਾਈਨਸ। ਤਾਂ 50,000 ਦੇ ਵਿੱਚੋਂ ਮੈਂ 6000 ਮਾਈਨਸ ਕਰਨੀ ਹੈ, ਤਾਂ ਆਨਸਰ ਕਿੰਨਾ ਆ ਗਿਆ ਮੇਰੇ ਕੋਲ 44,000। ਬੀ ਆਪਸ਼ਨ ਇਜ਼ ਦਾ ਰਾਈਟ ਆਨਸਰ। ਆਈ ਹੋਪ ਬੇਟਾ ਤੁਹਾਨੂੰ एक क्लैरिटी हो रही होगी कंसैप्ट दी। अगर ਤੁਹਾਨੂੰ ਵੀਡੀਓ ਪਸੰਦ ਆ ਰਿਹਾ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋ ਔਰ ਨਾਲ ਦੀ ਨਾਲ ਹੀ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਚੈਨਲ ਪਰ ਨਵੇਂ ਆਏ ਹੋ। ਤਾਂ ਚੱਲਦੇ ਆਪਾਂ 13th ਕੁਐਸਚਨ ਵੱਲ। ਜੇਕਰ ਕੋਈ ਮੁੱਲ 25% ਵੱਧਦਾ ਹੈ ਤਾਂ ਇਹ ਮੁੱਲ ਦਾ 125% ਹੋ ਜਾਂਦਾ ਹੈ। ਕੀ ਇਹ ਸਟੇਟਮੈਂਟ ਸਹੀ ਹੈ ਕਿ ਗਲਤ ਹੈ। ਦੇਖੋ ਬੇਟਾ ਸਿੰਪਲ ਜੀ ਕੈਲਕੂਲੇਸ਼ਨ ਹੈ। ਮੰਨ ਲਓ ਕਿ ਇਨੀਸ਼ੀਅਲ ਪ੍ਰਾइस ਸੀਗੀ ਆਪਣੇ ਕੋਲ 100 रुपीज़ और वो कितना बढ़ गया 25%। तो 100 का 25% का 25 ही होया ना, 25 इनक्रीज होया तो हुण की हो गया 125। तो यह मुल का 125% हो जाता है, बिल्कुल सही है। पहला 100 सी हुण 125 हो गया तो 125% इनक्रीज हो गया, तो 125% हो गया, ये सही है। लगातार वाधा हुण ਕੰਟੀਨਿਊਸ ਇਨਕਰੀਜ਼ ਦੇ ਆਪਾਂ ਕੁਐਸਚਨਸ ਕਰ ਲੈਂਦੇ ਆ। ਤਾਂ ਪਹਿਲਾ ਕੁਐਸਚਨ ਹੈਗਾ ਇਹਦੇ ਵਿੱਚ ਇੱਕ ਸੰਖਿਆ 10% ਵੱਧਦੀ ਹੈ, ਫਿਰ ਇਹ 20% ਵੱਧਦੀ ਹੈ। ਜੇਕਰ ਮੁੱਲ 100 ਹੈ ਤਾਂ ਅੰਤਿਮ ਸੰਖਿਆ ਕੀ ਹੋਵੇਗੀ। ਅ ਨੰਬਰ ਇਨਕਰੀਜ਼ਸ ਬਾਈ 10% then 20%। if the initial number is 100 then what is the last number। ਦੇਖੋ ਦੇਖਣ ਨੂੰ ਇੱਕਦਮ ਬੱਚਾ ਲੱਗਦਾ ਕਿ 10 ਔਰ 20 ਨੂੰ ਜੋੜ ਦੋ, ਬਟ ਨਹੀਂ, ਆਪਾਂ ਇਹਨੂੰ ਸਟੈਪ ਵਾਈਜ਼ ਚੱਲਾਂਗੇ। ਪਹਿਲਾ 100 ਹੈ,
10 ਇਨਕਰੀਜ਼ ਹੋਇਆ ਤਾਂ ਨਾਓ ਇਟ ਵਿਲ ਬਿਕਮ 110। ਹੁਣ 110 ਦਾ ਤੁਸੀਂ ਕਿੰਨਾ ਇਨਕਰੀਜ਼ ਕਰਨਾ ਹੈ? 20%। ਹੁਣ ਤੁਸੀਂ 20 ਇਹਦੇ ਵਿੱਚ ਜੋੜ ਨਹੀਂ ਸਕਦੇ। 100 ਦਾ 20% ਕਰ ਰਹੇ ਹੁੰਦੇ ਤਾਂ ਸਿੱਧਾ 20 ਜੋੜ ਦਿੰਦੇ, ਬਟ ਹੁਣ 110 ਦਾ 20% ਕਰ ਰਹੇ ਹੋ ਤਾਂ ਆਪਾਂ ਨੂੰ ਫਾਈਂਡ ਆਊਟ ਕਰਨਾ ਪੈਣਾ। ਕੈਂਸਲੇਸ਼ਨ ਕੀਤੀ ਤਾਂ ਕਿੰਨਾ ਆ ਗਿਆ? 22। ਤਾਂ 110 ਦੇ ਵਿੱਚ ਆਪਾਂ 22 ਇਨਕਰੀਜ਼ ਕਰਾਂਗੇ ਤਾਂ ਕਿੰਨਾ ਆ ਜਾਏਗਾ? 132। ਸੋ ਲਾਸਟ ਨੰਬਰ ਵਿਲ ਬੀ 132। ਦੇਖਿਆ ਹੈ ਨਾ ਇੰਟਰਸਟਿੰਗ ਕੁਐਸਚਨ। ਕੁਐਸਚਨ ਨੰਬਰ 15, ਇੱਕ ਰੱਸੀ ਦੀ ਲੰਬਾਈ 50 ਮੀਟਰ ਤੋਂ ਘਟ ਕੇ ਹੁਣ ਡਿਕਰੀਜ਼ ਹੋ ਰਹੀ ਹੈ, 40 ਮੀਟਰ ਹੋ ਜਾਂਦੀ ਹੈ, ਘਾਟੇ ਦੀ ਪ੍ਰਤੀਸ਼ਤ ਕੀ ਹੈ? ਤਾਂ ਪਹਿਲਾਂ ਤਾਂ ਆਪਾਂ ਡਿਕਰੀਜ਼ ਪਤਾ ਕਰਾਂਗੇ ਬੇਟਾ। ਪਹਿਲਾਂ 50 ਸੀਗੀ, ਹੁਣ ਕਿੰਨੀ ਹੈ? 40। ਤਾਂ ਉਹਦੇ ਵਿੱਚ ਜਿਹੜਾ ਡਿਕਰੀਜ਼ ਹੈ, ਜਿਹੜਾ ਘਾਟਾ ਹੈ, ਉਹ ਕਿੰਨਾ ਆ ਗਿਆ ਮੇਰੇ ਕੋਲ? 10। ਹੁਣ ਤੁਸੀਂ ਇਹਦੀ ਪਰਸੈਂਟੇਜ ਪਤਾ ਕਰਨਾ ਚਾਹੁੰਦੇ ਹੋ, ਡਿਕਰੀਜ਼ ਪਰਸੈਂਟੇਜ, ਤਾਂ 10 ਨੂੰ ਤੁਸੀਂ ਕਿਹਦੇ ਨਾਲ ਡਿਵਾਈਡ ਕਰੋਗੇ? 50 ਨਾਲ ਕਿ 40 ਨਾਲ? ਯੈਸ, 50 ਨਾਲ। ਇਨੀਸ਼ੀਅਲ ਜੋ ਆਪਣੇ ਕੋਲ ਰਕਮ ਸੀਗੀ ਉਹ 50 ਸੀਗੀ, ਔਰ ਕਿਉਂਕਿ ਪਰਸੈਂਟੇਜ ਫਾਈਂਡ ਆਊਟ ਕਰਨੀ ਹੈ ਤਾਂ 100 ਨਾਲ ਮਲਟੀਪਲਾਈ ਕਰ ਦਿਓ। ਤਾਂ ਇਹ ਕਿੰਨਾ ਆ ਗਿਆ ਮੇਰੇ ਕੋਲ? 2। 10 2 ਦਾ ਕਿੰਨਾ ਆ ਗਿਆ? 20%। ਹੈ ਸੀ ਨਾ ਕਿੰਨਾ ਸੌਖਾ ਹੀ ਕੁਐਸਚਨ ਸੀਗਾ ਆਪਣੇ ਕੋਲੇ। ਨੈਕਸਟ ਚੱਲਦੇ ਹਾਂ। ਜੇਕਰ ਕੋਈ ਹੋਈ ਵਰਖਾ ਸਧਾਰਨ ਵਰਖਾ ਦਾ 80% ਹੈ ਤਾਂ ਅਸਲ ਵਰਖਾ ਕਿੰਨੀ ਹੋਈ? ਸਧਾਰਨ ਵਰਖਾ ਕਿੰਨੀ ਹੈ? 100 ਸੈਂਟੀਮੀਟਰ। 100 ਸੈਂਟੀਮੀਟਰ ਦਾ 80% ਕਿੰਨਾ ਹੋਏਗਾ ਬੇਟਾ? 80 ਸੈਂਟੀਮੀਟਰ ਹੀ ਹੋਵੇਗਾ। ਤਾਂ 80 ਸੈਂਟੀਮੀਟਰ ਵਰਖਾ ਹੋਈ। ਇੱਕ ਤਨਖਾਹ 30,000 ਤੋਂ 36,000 ਤੱਕ ਵੱਧ ਜਾਂਦੀ ਹੈ। A salary is increased from 30,000 to 36,000। ਵਾਧੇ ਦੀ ਪ੍ਰਤੀਸ਼ਤ ਪਤਾ ਕਰੋ। ਇਨਕਰੀਜ਼ ਪਰਸੈਂਟੇਜ ਫਾਈਂਡ ਆਊਟ ਕਰਨੀ ਹੈ। ਪਹਿਲਾਂ ਤਾਂ ਇਹਦੇ ਵਿੱਚ ਇਨਕਰੀਜ਼ ਕਿੰਨਾ ਹੋਇਆ? ਇਨਕਰੀਜ਼ ਹੋਇਆ ਆਪਣੇ ਕੋਲ 6,000। ਹੁਣ ਇਹਦੀ ਪਰਸੈਂਟੇਜ ਕਿਵੇਂ ਕੱਢਾਂਗੇ? 6,000 ਨੂੰ ਇਨੀਸ਼ੀਅਲ ਨੰਬਰ 30,000 ਦੇ ਨਾਲ ਆਪਾਂ ਕਰਾਂਗੇ ਡਿਵਾਈਡ ਔਰ ਮਲਟੀਪਲਾਈ ਕਰਾਂਗੇ 100। ਤਾਂ ਜ਼ੀਰੋਜ਼ ਕੈਂਸਲ ਕਰ ਦਿਓ ਤਾਂ ਆਨਸਰ ਆ ਗਿਆ ਮੇਰੇ ਕੋਲ 20%। ਤੁਸੀਂ ਵੀ ਸੋਚੋਗੇ ਕਿ ਮੈਮ ਸਾਰੇ ਕੁਐਸਚਨਸ ਦੇ ਆਨਸਰ 20% ਹੀ ਨਿਕਲੀ ਜਾ ਰਹੇ ਨੇ। 18th ਕੁਐਸਚਨ, 15% ਕੱਟਣ ਤੋਂ ਬਾਅਦ ਇਹ ਕੀਮਤ 85 ਰੁਪੀਸ ਹੋ ਜਾਂਦੀ ਹੈ। ਮੂਲ ਕੀਮਤ ਕੀ ਸੀ? ਆਫਟਰ ਡਿਕਰੀਜ਼ ਆਫ 15% a number becomes या the cost becomes 85। ठीक है, तो what is the initial cost, what is the basic cost? ਹੁਣ ਬੇਟਾ ਸਿੰਪਲ ਜੀ ਗੱਲ ਹੈ, ਤੁਸੀਂ ਅਗਰ ਇਹਨੂੰ ਹਿਸਾਬ ਲਾਓ ਤਾਂ 100 ਦਾ 15% ਜਦੋਂ ਡਿਕਰੀਜ਼ ਹੁੰਦਾ ਹੈ ਤਾਂ 100 ਦੇ ਵਿੱਚੋਂ ਆਪਾਂ 15 ਮਾਈਨਸ ਕਰਾਂਗੇ ਤਾਂ 85 ਆਨਸਰ ਆਉਂਦਾ ਹੈ। ਤਾਂ ਇਹ ਸਿੰਪਲ ਆਨਸਰ ਇੱਥੇ ਆਪਣੇ ਕੋਲ ਨਿਕਲ ਗਿਆ ਕਿ ਇਨੀਸ਼ੀਅਲ ਜਿਹੜੀ ਕੀਮਤ ਸੀਗੀ ਉਹ ਸੀਗੀ 100 ਰੁਪਏ। 19th ਕੁਐਸਚਨ ਵੱਲ ਚੱਲਦੇ ਹਾਂ। ਅੰਦਾਜ਼ਾ ਲਗਾਓ 500 ਦਾ 28%, ਇਸ ਦੇ ਸਭ ਤੋਂ ਨੇੜੇ ਵਾਲੀ ਸੰਖਿਆ ਕਿਹੜੀ ਹੈ? ਹੁਣ ਤੁਸੀਂ ਅਪਰੋਕਸੀਮੇਸ਼ਨ ਕਰਨੀ ਹੈ 500 ਦਾ 28%। ਦਾ ਜਾਂ ਆਫ ਲਿਖਿਆ ਵਾ ਹੋਵੇ ਤਾਂ ਉਹਨੂੰ ਕਿਹਦੇ ਵਿੱਚ ਚੇਂਜ ਕਰਦੇ ਹਾਂ ਆਪਾਂ? ਮਲਟੀਪਲੀਕੇਸ਼ਨ ਵਿੱਚ। ਔਰ ਪਰਸੈਂਟੇਜ ਨੂੰ ਹਟਾਉਣਾ ਹੈ ਤਾਂ ਡਿਵਾਈਡ ਕਰ ਦਿਓ 100 ਦੇ ਨਾਲ। 5 ਮਲਟੀਪਲਾਈਡ ਬਾਏ 28 ਤਾਂ ਇਹ ਮੇਰੇ ਕੋਲ ਆਨਸਰ ਆ ਗਿਆ 140। ਐਗਜ਼ੈਕਟਲੀ ਨਿਕਲ ਗਿਆ। C option is the right option। 20th question ਕਰਦੇ ਹਾਂ ਆਪਾਂ। ਜੇਕਰ ਕੋਈ ਮਾਤਰਾ 40% ਘਟ ਜਾਵੇ ਤਾਂ ਮੁੱਲ ਪ੍ਰਾਪਤ ਕਰਨ ਲਈ ਕਿੰਨੀ ਪ੍ਰਤੀਸ਼ਤ ਵਧਾਉਣੀ ਪਏਗੀ? ਬਹੁਤ ਇੰਟਰਸਟਿੰਗ ਕੁਐਸਚਨ ਹੈ ਬੇਟਾ। ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਕੁਐਸਚਨ ਅਕਸਰ ਆਉਂਦਾ ਹੁੰਦਾ ਹੈ। ਕੁਐਸਚਨ ਨੰਬਰ 20 ਇੰਗਲਿਸ਼ ਦੇ ਵਿੱਚ ਕੀ ਦੇ ਰੱਖਿਆ ਬੇਟਾ? ਇਫ ਅ ਕੁਆਂਟੀਟੀ ਡਿਕਰੀਜ਼ਸ ਬਾय 40% ਹਾਊ ਮਚ ਇੰਕਰੀਮੈਂਟ ਰਿਕੁਆਇਰਡ ਟੂ ਰੀਗੇਨ ਦ ਓਰੀਜਨਲ। ਤੁਸੀਂ ਮੰਨੋ ਕਿ ਉਹ ਪਹਿਲਾਂ ਰਕਮ ਸੀਗੀ 100, ਹੁਣ 100 ਦਾ 40% ਘਟਿਆ। 40% ਜੋ ਹੈ ਉਹਦਾ ਕੀ ਹੋਇਆ ਹੈ? ਡਿਕਰੀਜ਼ ਹੋਇਆ, ਯਾਨੀ ਕਿ 40 ਡਿਕਰੀਜ਼ ਹੋ ਗਿਆ ਤਾਂ 100 ਵਿੱਚੋਂ ਆਪਾਂ 40 ਡਿਕਰੀਜ਼ ਕਰਾਂਗੇ ਤਾਂ ਕਿੰਨਾ ਰਹਿ ਗਿਆ ਆਪਣੇ? ਤਾਂ ਬਚਿਆ 60। ਹੁਣ 60 ਨੂੰ ਤੁਸੀਂ ਦੁਬਾਰਾ ਕਰਨਾ ਚਾਹੁੰਦੇ ਹੋ 100, ਯਾਨੀ ਕਿ ਤੁਸੀਂ ਹੁਣ ਇਨਕਰੀਜ਼ ਕਰਨਾ ਚਾਹੁੰਦੇ ਹੋ 40 ਦਾ। ਠੀਕ ਹੈ, ਹੁਣ ਇਹ ਜਿਹੜਾ ਇਨਕਰੀਜ਼ ਹੈ ਉਹਦਾ ਉਹਨੇ ਪੁੱਛਿਆ ਹੈ ਕਿੰਨੇ ਪ੍ਰਤੀਸ਼ਤ ਇਨਕਰੀਜ਼ ਕਰਨਾ ਪਏਗਾ। ਹੁਣ ਇਨਕਰੀਜ਼ ਹੈ 40, ਬਟ ਇਨਕਰੀਜ਼ ਕਿਹਦੇ ਵਿੱਚ ਕਰ ਰਹੇ ਹੋ ਤੁਸੀਂ? 60 ਦੇ ਵਿੱਚ। ਤਾਂ ਇਨੀਸ਼ੀਅਲ ਵੈਲਿਊ ਹੋਗੀ 60 ਸ਼ੁਰੂਆਤੀ ਰਕਮ, ਤੋਂ 40 ਕਿਹਦਾ? 60 ਦਾ, ਔਰ ਉਹਨੂੰ ਬਦਲੋ ਪ੍ਰਤੀਸ਼ਤ ਦੇ ਵਿੱਚ। ਠੀਕ ਹੈ, 2 3 ਯਾਨੀ ਕਿ 200/3%। ਪਰ ਇਹ ਰਕਮ ਆਪਾਂ ਨੂੰ ਕਿਤੇ ਦੇ ਨਹੀਂ ਰੱਖੀ। ਤੁਸੀਂ ਇਹਨੂੰ ਪੁਆਇੰਟ ਵੀ ਜਦੋਂ ਸੋਲਵ ਕਰੋਗੇ ਤਾਂ 66.67% ਇਨਕਰੀਜ਼ ਆਏਗੀ। ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਬੇਟਾ, ਇਹਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰਨਾ ਹੈ। ਆਈ ਹੋਪ ਬੇਟਾ ਤੁਸੀਂ ਨਾਲ ਇਹਨੂੰ ਰੋਕ ਕੇ ਆਪਣੀ ਫੇਅਰ ਕਾਪੀ ਪਰ ਨੋਟਸ ਜ਼ਰੂਰ ਲੈ ਰਹੇ ਹੋਗੇ। ਹੁਣ ਆਪਾਂ ਚੱਲਦੇ ਹਾਂ ਭਾਗ ਸੀ ਦੇ ਵੱਲ।
भाग सी की कह रहा है अपने को, सैक्शन सी इज़ प्रॉफिट लॉस एंड डिस्काउंट, जो कि ਤੁਹਾਡੇ ਖਰੀदारी ਦੇ ਵਿੱਚ ਹੁਣ ਦੀਵਾਲੀ ਦੀ ਸ਼ਾਪਿੰਗ ਚੱਲ ਹੀ ਰਹੀ ਹੈ, ਉਹਦੇ ਵਿੱਚ ਤੁਹਾਨੂੰ ਬਹੁਤ ਸਾਰੀ ਛੋਟ ਮਿਲਣੀ ਹੈ। ਉੱਥੇ ਚੀਜ਼ਾਂ ਬਹੁਤ ਯੂਜ਼ ਹੁੰਦੀਆਂ ਨੇ, ਕਿੰਨਾ ਪਰਸੈਂਟੇਜ ਡਿਸਕਾਊਂਟ ਹੈ, ਕਿੰਨਾ ਪਰਸੈਂਟ ਦੁਕਾਨਦਾਰ ਨੂੰ ਲਾਭ ਹੋਏ, ਕਿੰਨੀ ਪਰਸੈਂਟ ਹਾਨੀ ਹੋਈ। तो लेट अस डू द क्वेश्चंस। खरीद मूल कॉस्ट प्राइस 500 है, विक्री मूल 600 है, लाभ दी प्रतिशत पता करो। थोड़ा डार्क कलर लै लेंगे ना, इन्ना विजिबल नहीं हैगा ये कलर। चलो हाँ जी, तो कॉस्ट प्राइस हो गई अपने कोल 500 और सैलिंग प्राइस हैगी अपने कोल 600। तो तुहानूं दिख ही रहा है कि प्रॉफिट कितना होया है 100। हुण प्रॉफिट परसेंटेज करनी है, आपां परसेंटेज कढ़ना चाहुंदे हैं बेटा, तो गुणा करांगे 100 नाल। लेकिन ये 100 किहदे विच्चों होई है, इनीशियल वैल्यू कितनी सीगी 500, ठीक है। तो ये आंसर कितना आ गया अपने को, अगेन 20%। नैक्सट क्वेश्चन, विक्री मूल यानी कि सैलिंग प्राइस 400 है, कॉस्ट प्राइस 500 है, हानि की प्रतिशत पता करो। उन्हें दे ही दिता कि लॉस होया, अगेन 100 का लॉस होया बेटा, लेकिन शुरुआती रकम कितनी सीगी अपने को 500। खरीद मुल 500 सी ना बेटा, ये नहीं कि शुरू में किहड़ी लिखी हुई है, मतलब उन दुकानदार ने खरीदी किन्ने दी सी, गुणा 100। तो इत्थे भी कितना आ गया मेरे को 20% आंसर। अंकित मुल बेटा, जो आपां चीज़ खरीदण जाते हैं तो वो जिहड़ा बॉक्स बनया हुआ हुंदा ना, जिहदे विच चीज़ हुंदी है, तो उहदे पर अपने कोल एक MRP लिखी भी हुंदी है, MRP लिखी भी हुंदी है, पर दुकानदार वो तो हमेशा कुछ ना कुछ तुहानूं डिस्काउंट दिंदा है, उहनूं आपां कहंदे हैं छूट। तो जी मार्क्ड प्राइस होंगी है, यानी कि अंकित मूल होंगे, डब्बे पर जो लिखा हुआ है वो है 1000 और 10% छूट मिल गई। तो 1000 का 10% तो तुहानूं पता ही बेटा कितना होएगा, 100 रुपये होएगा। तो छूट मिल गई, मतलब तुसीं उन्हें चीज़ जिहड़े वो घट दोगे, तो 1000 के विचों आपां 100 नूं माइनस कर देंगे, तो आंसर कितना आ गया 900 रुपये आपां नूं पे करांगे। खरीद मूल 200 है, लाभ 25% है, तो 200 का पहला 25% पता करो, वो रकम लाभ होनी चाहिए। तो 50 रुपये के लाभ पर अपन दुकानदार बेचेगा, यानी कि जो 200 की खरीदी है तो 50 ये जोड़ेगा और 250 की थोनों चीज़ वो बेचेगा। क्वेश्चन नंबर 25, अंकित मूल मार्क प्राइस, मैं हमने थोनों दस्या ना, डब्बे पर जो मूल लिखा हुआ होंगे 800 रुपये है, और उहदे पर थोनों 15% जो हैगी है वो छूट मिल गई है, 15% डिस्काउंट, यानी कि 100 ना करांगे डिवाइड, तो 15 का कितना आ गया अपने को 120 रुपीज़, ठीक है। और हुण कह रहा दसो छोट की रकम, आ लो रकम ही पूछी उन्हें, तो 120। जे पूछ लेंदा चीज़ किन्ने दी वो बेचेगा, या तुसी ग्राहक ने किन्ने दी खरीदी, तो तुसी 800 दे विचों 120 नूं माइनस कर देंगे। 26 क्वेश्चन वाल चलते हैं। एक दुकानदार एक कमीज़ 400 रुपये विच खरीदता है, यानी कि होगी यदि कॉस्ट प्राइस, 360 विच बेचता है, ये होगी उसकी सैलिंग प्राइस। तुसीं देख ही रहे हो बेटा, उन्हें घट विच बेची है, तो उन्होंने की होया हानि, किन्ने दी हुई है हानि, 400 दे विचों 360 माइनस करांगे तो 40 रुपये हानि हुई है। पर आपां की पता करना है दी परसेंटेज, तो इनू करांगे शुरुआती रकम 400 दे नाल डिवाइड, गुणा करांगे 100, ठीक है। 10% उन्होंने हानि हुई है। 27, 1000 ते लगातार 10%, 20% दियां दो छोटां, दो डिस्काउंट्स ने, अंतिम विक्री मूल कितना होवेगा, तो 30% नहीं कढ़ना आपां दा, आपां कढ़ांगे स्टैप वाइज। तो 1000 का बेटा पहला 10% सानू पता ही 100 रुपया हुंदा है, तो पहला अपने कोल मूल आ गया 1000 दे विचों 100 नूं माइनस किया, तो 900 रुपये आ गए। इत्थे तक क्वेश्चन पहुंच गया। हुण 900 का कितना कढ़ना है 20%, तो कितना आ गया मेरे को 180 रुपये। हुण 180 रुपये होर छूट होगी किहदे विचों, 900 दे विचों, तो 900 माइनस 120, 180 रुपये, ठीक है। तो ये कितना आ गया मेरे को 720 रुपये की मैं चीज़ लई है। ये बेटा जो तुसी मॉल वगैरह दे विच जांदे ना, तो उत्थे इस तरीके नाल छूट लिखी भी हुंदी है कि हाँ भी 10%, उस तो बाद उहदे उपर 20%, उहदे उपर 30% एवें छूट है। तो इस तरीके नाल रकम हुंदी, ये नहीं कि तुसी सारी रकमां नूं जोड़ देना कि हाँ 10, 20, 30% छूट है, नहीं एवें नहीं हुंदा हैगा। 28 क्वेश्चन, लाभ पता है सानू कि विक्री माइनस खरीद मुल हुंदा है, सैलिंग प्राइस माइनस कॉस्ट प्राइस हुंदा है। जेकर 250 के खरीद मुल ते लाभ 20% है, तो दसो विक्री मुल कितना होएगा। तो 250 का तुसी की पता करोगे, पहला 20%
ਜੋ ਕਿ ਆਪਣੇ ਕੋਲ ਆ ਗਿਆ 50 रुपए। ਤਾਂ 250 ਦੇ ਵਿੱਚ ਆਪਾਂ 50 रुपए ਜੋੜ ਦਾਂਗੇ ਤਾਂ ਉਹ 300 ਦੀ ਚੀਜ਼ ਵਿਕਰੀ ਹੋਏਗੀ, ਸੈਲਿੰਗ ਹੋਏਗੀ। 29th क्वेश्चन, एक फल विक्रेता 100 किलो फल 20 रुपए किलो की दर नाल खरीददा है, 25% किलो ते बेचदा, लाभ दी प्रतिशत पता करो। A fruit seller buys 100 kg of fruits at 20 rupees per kg, sells at 25 rupees per kg, find the profit percentage। बड़ा इंटरेस्टिंग क्वेश्चन है बेटा। ਤਾਂ ਉਹਨੇ 20 रुपए ਦੀ ਦਰ ਨਾਲ ਖਰੀਦ ਕੇ 25% ਨਾਲ ਵੇਚੇ ਨੇ, ਤਾਂ 5 रुपए ਉਹਨੇ पर केजी ਦਾ ਫਾਇਦਾ ਲਿਆ ਹੈ, ₹5 पर केजी। ठीक है, लेकिन शुरुआती मुल कितना सीगा 20 रुपए। आप पर केजी का हिसाब लगा रहे हैं, गुणा 100, तो 25% का उन्होंने लाभ होया है। 20 तो 25 ते पहुंच गया। आ जिहड़े 5 रुपए ने ये किहदे पर कैलकुलेट होणगे, क्योंकि शुरुआत विच 20 रुपए सीगे। अंकित मुल 500 है, उस वाली किताब नूं 8% छूट ते बेचा गया, विक्री मुल दसो। Mark price of a book is 500, sold at 8% discount, find the selling price। ओके, ਤਾਂ 500 ਦਾ 8% फाइंड आउट कर लो, यानी कि 40 रुपीज़ डिस्काउंट मिलिया, ਤੇ 500 ਦੇ ਵਿੱਚੋਂ ਆਪਾਂ 40 रुपीज़ ਦਾ डिस्काउंट माइनस करी ਤਾਂ 460 रुपीज़ इज द आंसर। भाग डी सैक्शन डी ਵੱਲ ਚੱਲਦੇ ਹਾਂ बेटा। GST, सेल्स टैक्स एंड इंटरस्ट के क्वेश्चंस ने, रोज़मर्रा की लाइफ नाल जुड़े हुए क्वेश्चंस ने। एक सूट की कीमत 1000 रुपए है ਅਤੇ 5% GST है। सूट की कुल कीमत पता करो। बेटा ਜਦੋਂ ਤੁਸੀਂ किसी चीज़ ਨੂੰ खरीदते हो, बाय करते हो, तो ਤੁਸੀਂ ਉਹਦੇ ਵਿੱਚ ਹਮੇਸ਼ਾ टैक्स ਦਿੰਦੇ ਹੋ। टैक्स कौन पे करेगा? कस्टमर पे करेगा। ਤਾਂ ਕਸਟਮਰ ਜਦੋਂ ਮੁੱਲ ਕੱਢੇਗਾ ਆਪਣੀ ਜੇਬ ਦੇ ਵਿੱਚੋਂ, ਤਾਂ ਉਹਦਾ ਉਹ ਖਰੀਦ ਮੁੱਲ ਔਰ ਟੈਕਸ ਦੋਨਾਂ ਨੂੰ ਮਿਲਾ ਕੇ ਉਹਦੀ ਜਿਹੜੀ ਹੈ ਉਹ ਅਸਲੀ ਕਾਸਟ ਪ੍ਰਾਈਸ ਬਣੇਗੀ। ਠੀਕ ਹੈ, ਤਾਂ ਕੀਮਤ ਚਾਹੇ 1000 रुपए ਲਿਖੀ ਹੋਈ ਹੈ, ਪਰ ਉਹਦੇ ਪਰ ਟੈਕਸ ਲੱਗ ਕੇ ਉਹ ਕੀਮਤ ਵੱਧ ਜਾਏਗੀ, ਇਨਕਰੀਜ਼ ਹੋ ਜਾਏਗੀ। ਤਾਂ 1000 ਦਾ 5% ਕੱਢੋ ਬੇਟਾ ਪਹਿਲਾਂ, ਤਾਂ ਹੋ ਗਏ 50 रुपीज़। 50 रुपीज़ ਨੂੰ ਇਹਦੇ ਵਿੱਚ ਕਰੋ ਐਡ, ਤਾਂ 1050 ਆਪਾਂ ਨੂੰ ਕੀਮਤ ਦੇਣੀ ਪਏਗੀ। 32 क्वेश्चन, 32nd क्वेश्चन ਵੱਲ ਚੱਲਦੇ ਹਾਂ ਆਪਾਂ। ਵਿਕਰੀ ਮੁੱਲ 800 रुपए, 10% ਵਿਕਰੀ ਕਰ ਸਮੇਤ ਕਰ ਤੋਂ ਪਹਿਲਾਂ ਦੀ ਕੀਮਤ ਦੱਸੋ। ਸੈਲਿੰਗ ਪ੍ਰਾਈਸ 800 ਇਨਕਲੂਡਿੰਗ ਦ 10% ਸੇਲਸ ਟੈਕਸ, ਵਟ ਇਜ਼ ਦ ਪ੍ਰਾਈਸ ਬਿਫੋਰ ਦ ਟੈਕਸ। ਤਾਂ ਦੱਸਿਆ ਗਿਆ ਵੀ ਗ੍ਰਾਹਕ ਨੇ ਕੀਮਤ 800 रुपए ਦਿੱਤੀ ਹੈ, ਬਟ ਉਹਦੇ ਵਿੱਚ ਟੈਕਸ ਇਨਕਲੂਡਡ ਸੀਗਾ, ਤਾਂ ਦੱਸੋ ਟੈਕਸ ਤੋਂ ਬਿਨਾਂ ਕੀਮਤ ਕਿੰਨੀ ਸੀਗੀ। ਤਾਂ ਜਿਹੜੀ ਬੇਟਾ ਕਾਸਟ ਪ੍ਰਾਈਸ ਹੈ ਉਹਦਾ ਆਪਣੇ ਕੋਲ ਫਾਰਮੂਲਾ ਕੀ ਹੁੰਦਾ ਹੈ, ਸੈਲਿੰਗ ਪ੍ਰਾਈਸ ਮਲਟੀਪਲਾਈਡ ਬਾय 100 अपॉन 100 प्लस टैक्स। ठीक है, ओके, ਤਾਂ ਇਹ ਹੋਗੀ 800 ਮਲਟੀਪਲਾਈਡ ਬਾय 100 और ये 100 प्लस 10 करांगे ਤਾਂ ਕਿੰਨਾ ਆ ਜਾਏਗਾ 110। ਜ਼ੀਰੋਜ਼ ਦੀ ਕੈਂਸਲੇਸ਼ਨ ਕਰਤੀ ਆਪਾਂ। 8000 अपॉन 11, ਜਦੋਂ ਤੁਸੀਂ ਇਹਨੂੰ ਡਿਵਾਈਡ ਕਰੋਗੇ ਤਾਂ 727.27 ਇਹਦਾ ਆਨਸਰ ਆ ਜਾਏਗਾ। 33rd क्वेश्चन, 1000 रुपए ਤੇ 5% ਸਾਲ ਦੀ ਦਰ ਨਾਲ 2 ਸਾਲ ਲਈ ਸਧਾਰਨ ਵਿਆਜ ਕਿੰਨਾ ਹੋਵੇਗਾ। ਸਿੰਪਲ ਇੰਟਰਸਟ ਫਾਈਂਡ ਆਊਟ ਕਰਨਾ ਹੈ ਬੇਟਾ। ਇਹ ਹੈਗਾ ਹੈ ਪ੍ਰਿੰਸੀਪਲ ਅਮਾਊਂਟ, ਇਹ ਹੈਗੀ ਉਹਦੀ ਰੇਟ, ਔਰ ਇਹ ਹੈਗੇ 2 ਇਅਰਸ ਉਹਦਾ ਟਾਈਮ, ਤਾਂ PRT अपॉन 100। ठीक है, ਤਾਂ 1005 ਮਲਟੀਪਲਾਈਡ ਬਾय 2 अपॉन 100, टाइम ईयर्स ਵਿੱਚ ਹੋਣਾ ਚਾਹੀਦਾ ਬੇਟੇ, ਤਾਂ ਇਹ ਕਿੰਨਾ ਆ ਗਿਆ ਮੇਰੇ ਕੋਲ 100 रुपीज़। बी ऑप्शन। मूलधन प्रिंसिपल 5000, रेट 4% एंड टाइम 3 इयर्स, साधारण ब्याज पता करो। तब 5000 मल्टीप्लाइड बाय 4 मल्टीप्लाइड बाय 3 अपॉन 100। सेम क्वेश्चन है बेटे। 12 5 60 और नाल आएगा एक 0, तो बी ऑप्शन इज द राइट ऑप्शन। 600 रुपीज़। 2000 ते 10% GST तो बाद कुल रकम कितनी बनेगी। GST लगना है तो 2000 का तुसी पहला की करोगे 10,000 फाइंड आउट, 10% फाइंड आउट करोगे। 2000 गुणा 10 बटे 100 तो आ गया 200। हुण 200 नूं इहदे विच कर दो ऐड, तो 2200 इज द आंसर। 1000 ते 10% की दर नाल 1 साल ਲਈ मिश्रित ब्याज सालाना पता करो।
बेटा अगर 1 साल है ਤਾਂ ਤੁਹਾਡਾ ਕੰਪਾਊਂਡ ਇੰਟਰਸਟ ਮਿਸ਼ਰਿਤ ਵਿਆਜ ਔਰ ਤੁਹਾਡਾ ਸਧਾਰਨ ਵਿਆਜ ਸਿੰਪਲ ਇੰਟਰਸਟ ਉਹ ਬਰਾਬਰ ਹੀ ਹੁੰਦੇ ਆ। ਤਾਂ ਤੁਸੀਂ ਸੇਮ ਫਾਰਮੂਲਾ ਲਗਾ ਸਕਦੇ ਹੋ PRT upon 100 1000 ਮਲਟੀਪਲਾਈਡ ਬਾਈ 10 1 upon 100 ਤਾਂ ਇਹ ਕਿੰਨਾ ਆ ਗਿਆ ਮੇਰੇ ਕੋਲ 100 ਰੁਪੀਸ। 1500 ਦਾ ਬਿੱਲ प्लस 18% GST ਐਡ ਕਰਨਾ। ਕਿਹਦਾ 18%? 15% ਦਾ। ਤੁਸੀਂ 15 ਦੇ ਵਿੱਚ 18 ਨਹੀਂ ਜੋੜਨੇ ਹੈਗੇ ਤਾਂ 1500 ਦਾ ਪਹਿਲਾਂ 18% ਫਾਈਂਡ ਆਊਟ ਕਰੋ। ਆ ਜਾਏਗਾ 15 ਮਲਟੀਪਲਾਈਡ ਬਾਈ 18 ਦੈਟ ਇਜ਼ 270। ਇਹਦੇ ਵਿੱਚ ਤੁਸੀਂ 1500 ਨੂੰ ਐਡ ਕਰੋ ਤਾਂ 1770 ਰੁਪਏ ਆਨਸਰ ਆ ਗਿਆ। ਜੇਕਰ 2000 ਦੀ ਰਾਸ਼ੀ 1 ਸਾਲ ਵਿੱਚ 2200 ਹੋ ਜਾਵੇ ਤਾਂ ਵਿਆਜ ਦੀ ਦਰ ਸਾਲਾਨਾ ਪਤਾ ਕਰੋ। ਤਾਂ ਬੇਟਾ ਉਹੀ ਗੱਲ ਹੈ ਵੀ 1 ਸਾਲ ਹੈ ਤਾਂ ਚਾਹੇ ਤੁਸੀਂ ਸਧਾਰਨ ਵਿਆਜ ਦਾ ਹੀ ਫਾਰਮੂਲਾ ਲਗਾ ਲਓ, ਠੀਕ ਹੈ, ਕਿਉਂਕਿ 1 ਈਅਰ ਦੇ ਲਈ ਸਿੰਪਲ ਇੰਟਰਸਟ ਐਂਡ ਕੰਪਾਊਂਡ ਇੰਟਰਸਟ ਸੇਮ ਹੁੰਦੇ ਆ। ਤਾਂ PRT upon 100 ਉਹਦੀ ਕੀਮਤ ਹੈਗੀ ਆਪਣੇ ਕੋਲ ਜਿਹੜਾ ਇੰਟਰਸਟ ਦੇ ਰੱਖਿਆ। P ਹੈ 2000, R ਹੈ ਜੋ ਪਤਾ ਕਰਨਾ ਹੈ, T 1 ਈਅਰ ਹੈ upon 100 ਔਰ ਇਹ ਸਾਨੂੰ ਦੇ ਰੱਖਿਆ ਹੈ 200 ਰੁਪਏ। ਇੰਟਰਸਟ ਕਿੰਨਾ 200, 2200 ਤੱਕ ਕੀਮਤ ਹੋ ਗਈ ਹੈ ਨਾ, ਕਿਵੇਂ ਹੋਈ ਹੈ 200 ਰੁਪਏ ਐਡ ਕਰਕੇ, ਠੀਕ ਹੈ। ਸੋ ਇਹਨੂੰ ਫਾਈਂਡ ਆਊਟ ਕਰ ਲਓ, ਜ਼ੀਰੋਸ ਕੈਂਸਲ ਕਰੋ, ਇੱਧਰ ਵੀ 0 ਨਾਲ 0 ਕੱਟੀ ਗਈ ਤਾਂ ਮੇਰੇ ਕੋਲ ਆਨਸਰ ਕਿੰਨਾ ਆ ਗਿਆ 10% ਇਜ਼ ਦਾ ਆਨਸਰ। ਨੈਕਸਟ 39th ਕੁਐਸਚਨ 500 ਤੇ 12% GST ਤਾਂ GST ਦੀ ਰਕਮ ਪਤਾ ਕਰੋ। ਤਾਂ ਤੁਸੀਂ ਸਿਰਫ 500 ਦਾ 12% ਫਾਈਂਡ ਆਊਟ ਕਰਨਾ ਹੈ। ਤਾਂ ਬੇਟਾ ਜੇ ਤੁਹਾਨੂੰ ਪਰਸੈਂਟੇਜ ਕੱਢਣੀ ਆਉਂਦੀ ਹੈ ਤਾਂ ਤੁਸੀਂ ਵੈਰੀ ਈਜ਼ੀਲੀ ਸਾਰੇ ਕੁਐਸਚਨਸ ਨੂੰ ਕਰ ਸਕਦੇ ਹੋ। 4000 ਮੂਲਧਨ ਪ੍ਰਿੰਸੀਪਲ ਇਜ਼ 4000 ਐਂਡ ਰੇਟ ਇਜ਼ 6%। 2 ਇਅਰਸ ਦਾ ਸਧਾਰਨ ਵਿਆਜ ਦਾ ਕੁੱਲ ਰਕਮ ਕਿੰਨੀ ਹੋਵੇਗੀ? ਪਹਿਲਾਂ ਵਿਆਜ ਪਤਾ ਕਰਾਂਗੇ ਫਿਰ ਇਹਦੇ ਵਿੱਚ ਇੰਟਰਸਟ ਆਪਾਂ ਐਡ ਕਰਾਂਗੇ। ਸੋ 4000 ਮਲਟੀਪਲਾਈਡ ਬਾਈ 6 ਮਲਟੀਪਲਾਈਡ ਬਾਈ 2 upon 100 12 4 ਦਾ 48 ਔਰ ਆ ਗਿਆ ਨਾਲ 0 ਔਰ ਇਹਦੇ ਵਿੱਚ ਤੁਸੀਂ 4000 ਨੂੰ ਐਡ ਕਰੋ ਤਾਂ 4480 ਬੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ, ਠੀਕ ਹੈ। ਸੋ ਇੱਥੇ ਤੁਹਾਡੀ ਬੇਟਾ ਇਹ ਵਰਕਸ਼ੀਟ ਖਤਮ ਹੁੰਦੀ ਹੈ। ਕੁਐਸਚਨਸ ਚਾਹੇ ਜ਼ਿਆਦਾ ਸੀਗੇ ਬਟ ਕੁਐਸਚਨਸ ਸਾਰੇ ਬਹੁਤ ਹੀ ਸਿੰਪਲ ਸੀਗੇ। ਅਗਰ ਤੁਹਾਨੂੰ ਇਹ ਕਨਸੈਪਟ ਕਲੀਅਰ ਹੋਇਆ ਤਾਂ ਪਰਸੈਂਟੇਜ ਦੇ ਕੁਐਸਚਨਸ ਤੁਸੀਂ ਬਹੁਤ ਈਜ਼ੀਲੀ ਕਰ ਲਓਗੇ। ਜੇ ਤੁਹਾਨੂੰ ਬੇਟਾ ਵੀਡੀਓ ਅੱਛਾ ਲੱਗਿਆ ਤਾਂ ਇਹਨੂੰ ਲਾਈਕ ਕਰੋ ਔਰ ਆਪਣੇ ਫਰੈਂਡਸ ਦੇ ਨਾਲ ਇਹਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹ ਵੀ CEP ਦੀ ਸ਼ੀਟਸ ਨੂੰ ਕੱਢ ਸਕਣ। ਔਰ ਅਗਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।